SIT ਵੱਲੋਂ ਪਿਛਲੇ ਦਿਨੀ 7 ਡੇਰਾ ਪ੍ਰੇਮੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ, ਜਿਨ੍ਹਾਂ ਵਿੱਚੋਂ 2 ਦੀ ਪਹਿਲਾਂ ਤੋਂ ਜ਼ਮਾਨਤ ਚੱਲਦੇ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ ਸੀ ਔਰ 5 ਜਿਹੜੇ ਡੇਰਾ ਪ੍ਰੇਮੀ ਆ ਅੱਜ ਵੀ ਜੁਡੀਸ਼ੀਅਲ ਹਿਰਾਸਤ ਦੇ ਵਿੱਚ ਹਨ। ਇੱਕ ਕਾਮਨ ਮੈਨ ਵੀ ਇਸ ਗੱਲ ਨੂੰ ਅੰਦਾਜ਼ਾ ਲਾ ਸਕਦਾ ਹੈ ਵੀ ਜੋ ਪੰਜਾਬ ਪੁਲਿਸ ਨੇ ਕੀਤਾ ਇਹ ਸਰਾਸਰ ਗੈਰ ਕਾਨੂੰਨੀ। ਜੇ ਅਦਾਲਤ ਉਹਦੇ ਨਾਲ ਸੈਟੀਸਫਾਈਡ ਨਹੀਂ ਹੈ ਤਾਂ ਉਹਦੇ 'ਚ ਫਰਦਰ ਇਨਵੈਸਟੀਗੇਸ਼ਨ ਦਾ ਆਰਡਰ ਕਰਕੇ CBI ਨੂੰ ਕਹਿ ਸਕਦੀ ਹੈ ਵੀ ਤੁਸੀਂ ਇਹ 'ਚ ਹੋਰ ਤਫਤੀਸ਼ ਕਰੋ। ਇਹ ਸਾਰਾ ਕੁਝ ਪੰਜਾਬ ਪੁਲਿਸ ਨੇ ਆਪਦੇ ਗਲੋਂ ਲਾਉਣ ਵਾਲੀ ਗੱਲ ਕੀਤੀ ਹੈ। ਇਹਦੇ 'ਚ ਕੋਈ ਇਨਸਾਫ ਵਾਲੀ ਜਾਂ ਜਾਇਜ਼ ਤਫਤੀਸ਼ ਵਾਲੀ ਕੋਈ ਗੱਲ ਨਹੀਂ ਕੀਤੀ। ਤੁਸੀਂ ਇਹ ਦੇਖੋ ਵੀ 3-4 ਦਿਨਾਂ ਦੇ ਵਿੱਚ ਪੁਲਿਸ ਨੇ ਕੀ ਤਫਤੀਸ਼ ਕਰ ਲਈ, ਕੀ ਇਹਨਾਂ ਦੀ ਜਿਹੜੀ ਕਸੂਰ ਹੈ ਉਹ ਸਾਬਤ ਹੋ ਗਿਆ। ਔਰ ਇਹ ਵੀ ਬੜੀ ਗੈਰ ਵਾਜਬ ਗੱਲ ਸੀ ਜਿਹੜਾ ਸਿੱਟ ਦਾ ਇੱਕ ਅਹੁਦੇਦਾਰ, ਚਾਹੇ ਉਹ SP ਰੈਂਕ ਦਾ ਬੰਦਾ ਸੀ ਚਾਹੇ DSP ਰੈਂਕ ਦਾ ਬੰਦਾ ਸੀ, ਜੇ ਉਹ ਮਾਨਯੋਗ ਅਦਾਲਤ ਵਿੱਚ ਇਹ ਗੱਲ ਕਹਿੰਦਾ ਸਾਨੂੰ ਤਾਂ ਜੀ ਇਹ ਪਤਾ ਹੀ ਨਹੀਂ ਵੀ 2 ਮੁਲਜ਼ਮਾਂ ਦੀ ਜ਼ਮਾਨਤ ਹੋਈ ਹੈ, ਇਹ ਬਹੁਤ ਮੰਦਭਾਗੀ ਗੱਲ ਹੈ। ਪੰਜਾਬ ਪੁਲਿਸ ਨੂੰ ਇਸ ਗੱਲ ਦਾ ਪਤਾ ਸੀਗਾ ਵੀ ਉੱਥੇ ਅਨਟ੍ਰੇਸਡ ਰਿਪੋਰਟ CBI ਨੇ ਫਾਈਲ ਕੀਤੀ ਹੈ। 3 ਦੋਸ਼ੀ ਜਿਹੜੇ ਫੜੇ ਆ ਉਹ ਬੇਗੁਨਾਹ ਕਰਾਰ ਦਿੱਤੇ ਗਏ। ਇਸ ਤਰ੍ਹਾਂ ਦਾ ਆ ਕੇ ਹੁਣ ਇਹਨਾਂ ਦਾ ਕਿਸੇ ਅਫਸਰ ਵੱਲੋਂ ਕਹਿਣਾ ਸਾਨੂੰ ਤਾਂ ਜੀ ਇਸ ਗੱਲ ਦਾ ਪਤਾ ਹੀ ਨਹੀਂਗਾ ਵੀ ਇਹ 2 ਦੋਸ਼ੀ ਜਿਹੜੇ ਆ ਉਹਨੂੰ ਜ਼ਮਾਨਤ ਨਹੀਂ ਮਿਲੀ, ਸਾਨੂੰ ਤਾਂ ਇਸ ਗੱਲ ਦਾ ਪਤਾ ਹੀ ਨਹੀਂ। ਇਹ ਬੜੀ ਹੈਰਾਨੀ ਵਾਲੀ ਗੱਲ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ 3 ਮਾਮਲਿਆਂ ਦੀ ਜਾਂਚ ਕਰ ਰਹੀ ਰਣਬੀਰ ਸਿੰਘ ਖਟੜਾ ਦੀ ਅਗਵਾਈ ਵਾਲੀ SIT ਵੱਲੋਂ ਪਿਛਲੇ ਦਿਨੀ 7 ਡੇਰਾ ਪ੍ਰੇਮੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ, ਜਿਨ੍ਹਾਂ ਵਿੱਚੋਂ 2 ਦੀ ਪਹਿਲਾਂ ਤੋਂ ਜ਼ਮਾਨਤ ਚੱਲਦੇ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ ਸੀ ਔਰ 5 ਜਿਹੜੇ ਡੇਰਾ ਪ੍ਰੇਮੀ ਆ ਅੱਜ ਵੀ ਜੁਡੀਸ਼ੀਅਲ ਹਿਰਾਸਤ ਦੇ ਵਿੱਚ ਹਨ। ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਮਾਮਲੇ ਦੇ ਵਿੱਚ ਉਸ ਵਕਤ ਨਵਾਂ ਮੋੜ ਆਇਆ ਜਦੋਂ ਬਚਾਅ ਪੱਖ ਦੇ ਵਕੀਲ ਵੱਲੋਂ ਇੱਕ ਮਾਨਯੋਗ ਅਦਾਲਤ ਦੇ ਵਿੱਚ ਅਰਜ਼ੀ ਦਾਇਰ ਕੀਤੀ ਹੈ। ਉਹਨਾਂ ਵੱਲੋਂ ਜੋ ਚਲਾਨ ਪੇਸ਼ ਕੀਤੇ ਗਏ SIT ਵੱਲੋਂ ਉਸ ਨੂੰ ਰੱਦ ਕਰਨ ਦੀ ਗੱਲ ਕਹੀ ਗਈ ਹੈ। ਆਓ ਆਪਾਂ ਬਚਾਅ ਪੱਖ ਦੇ ਵਕੀਲ ਤੋਂ ਜਾਣਦੇ ਹਾਂ ਕੀ ਉਹਨਾਂ ਦਾ ਕਹਿਣਾ ਹੈ। ਮੁਕੱਦਮਾ ਨੰਬਰ 63 ਦੇ ਵਿੱਚ ਦੋਸ਼ੀਆਂ ਵੱਲੋਂ ਅਸੀਂ ਕੱਲ੍ਹ ਇੱਕ ਦਰਖਾਸਤ ਮਾਨਯੋਗ ਅਦਾਲਤ ਵਿੱਚ ਦਿੱਤੀ ਹੈ, ਜਿਹਦੇ 'ਚ ਅਸੀਂ ਇਹ ਬੇਨਤੀ ਕੀਤੀ ਹੈ ਵੀ ਜੋ ਪੰਜਾਬ ਪੁਲਿਸ ਨੇ ਇਹ ਦੋਸ਼ੀਆਂ ਨੂੰ ਅਰੈਸਟ ਕਰਕੇ 3 ਦਿਨਾਂ ਦੇ ਵਿੱਚ ਹੀ ਉਹਦਾ ਚਲਾਨ ਪੇਸ਼ ਕਰਤਾ ਹੈ, ਉਹ ਚਲਾਨ ਨੂੰ ਡਿਸਕਾਰਡ ਕੀਤਾ ਜਾਵੇ। ਜਿਹੜੇ ਦੋਸ਼ੀ ਹੈ ਉਹਨਾਂ ਨੂੰ ਰਿਹਾ ਕੀਤਾ ਜਾਵੇ ਅਤੇ ਜਿੰਨੀ ਦੇਰ ਇਸ ਦਰਖਾਸਤ ਦਾ ਫੈਸਲਾ ਨਹੀਂ ਹੁੰਦਾ ਉਨੀ ਦੇਰ ਇਹ ਮਾਨਯੋਗ ਅਦਾਲਤ ਅੱਗੇ ਕੋਈ ਕਾਰਵਾਈ ਕਿਸੇ ਦੋਸ਼ੀ ਦੇ ਬਰਖਲਾਫ, ਜਿਹੜੇ ਹਾਲੇ ਗ੍ਰਿਫਤਾਰ ਕਰਨੇ ਆ ਉਹਨਾਂ ਦੇ ਬਰਖਲਾਫ ਨਾ ਕਰੇ। ਇਹ ਦਰਖਾਸਤ ਅਸੀਂ ਕੱਲ੍ਹ ਦਿੱਤੀ ਸੀ, ਜਿਹਦੇ 'ਚ ਮਾਨਯੋਗ ਅਦਾਲਤ ਨੇ 20 ਤਰੀਕ ਪਾਤੀ ਹੈ, 20 ਜੁਲਾਈ ਵਾਸਤੇ ਪੰਜਾਬ ਪੁਲਿਸ ਨੂੰ ਨੋਟਿਸ ਦਿੱਤਾ ਹੈ। ਉਦੋਂ ਉਹਨਾਂ ਨੇ ਰਿਪਲਾਈ ਫਾਈਲ ਕਰਨਾ ਹੈ। ਹੋ ਸਕਦਾ 20/7 ਨੂੰ ਹੀ ਉਸ ਦਰਖਾਸਤ ਦੀ ਸੁਣਵਾਈ ਹੋ ਜਾਏ ਜਾਂ ਕੋਈ 2-4 ਦਿਨ ਦੀ ਹੋਰ ਤਰੀਕ ਪੈ ਜਾਏ। ਦੇਖੋ ਇਹ ਪੰਜਾਬ ਪੁਲਿਸ ਦੀ ਵਰਕਿੰਗ ਜਿਹੜੀ ਹੈ ਇਹ ਬੇਹੱਦ ਸਵਾਲੀਆ ਹੋ ਗਈ ਹੈ। ਇੱਕ ਕਾਮਨ ਮੈਨ ਵੀ ਇਸ ਗੱਲ ਨੂੰ ਅੰਦਾਜ਼ਾ ਲਾ ਸਕਦਾ ਹੈ ਵੀ ਜੋ ਪੰਜਾਬ ਪੁਲਿਸ ਨੇ ਕੀਤਾ ਇਹ ਸਰਾਸਰ ਗੈਰ ਕਾਨੂੰਨੀ, ਗੈਰ ਵਾਜਬ ਹੈ। ਉਹਦੀ ਵਜ੍ਹਾ ਇਹ ਹੈ ਵੀ ਇਸ ਕੇਸ ਦੇ ਵਿੱਚ ਪਹਿਲਾਂ 3 ਮੁਲਜ਼ਮ ਮਹਿੰਦਰਪਾਲ ਬਿੱਟੂ, ਸੰਨੀ ਅਤੇ ਸ਼ਕਤੀ ਸਿੰਘ CBI ਨੇ ਅਰੈਸਟ ਕੀਤੇ ਸੀ, ਕਿਉਂਕਿ ਇਸ ਕੇਸ ਦੀ ਤਫਤੀਸ਼ CBI ਕੋਲ ਸੀ। ਇਹ 3 ਦੋਸ਼ੀ ਜਦੋਂ ਅਰੈਸਟ ਹੋ ਗਏ ਉਸ ਤੋਂ ਬਾਅਦ CBI ਕੋਰਟ ਨੇ ਇਹਨਾਂ ਦੀ ਜ਼ਮਾਨਤ ਲੈ ਲਈ। ਉਸ ਤੋਂ ਬਾਅਦ CBI ਨੇ ਇਸ ਕੇਸ ਦੀ ਐਨ ਥਾਰੋ ਇਨਵੈਸਟੀਗੇਸ਼ਨ ਕਰਕੇ CBI ਕੋਰਟ ਦੇ ਵਿੱਚ ਆਪਦੀ ਫਾਈਨਲ ਰਿਪੋਰਟ ਪੇਸ਼ ਕਰਤੀ, ਜਿਹਦੇ ਵਿੱਚ ਇਹ 3 ਮੁਲਜ਼ਮ ਸੰਨੀ, ਸ਼ਕਤੀ ਸਿੰਘ ਅਤੇ ਮਹਿੰਦਰਪਾਲ ਬਿੱਟੂ ਇਹਨਾਂ 3 ਨੂੰ ਬੇਗੁਨਾਹ ਕਰਾਰ ਦਿੱਤਾ ਗਿਆ। ਔਰ ਨਾਲ CBI ਨੇ ਆਪਦੀ ਤਫਤੀਸ਼ ਦੀ ਰਿਪੋਰਟ ਦੇ ਵਿੱਚ ਇਹ ਲਿਖਤਾ ਵੀ ਇਸ ਕੇਸ ਦੇ ਵਿੱਚ ਇਹ ਨਹੀਂ ਪਤਾ ਲੱਗ ਸਕਦਾ ਵੀ ਇਹ ਜੁਰਮ ਕੌਣ ਕਰ ਗਿਆ। ਤਾਂ ਉਹ ਫਾਈਨਲ ਰਿਪੋਰਟ ਹਾਲੇ ਮਾਨਯੋਗ ਅਦਾਲਤ CBI ਮੋਹਾਲੀ ਦੇ ਵਿੱਚ ਪੈਂਡਿੰਗ ਹੈ। ਉਹਦੇ ਵਿੱਚ ਉਸ ਅਦਾਲਤ ਨੇ ਫੈਸਲਾ ਲੈਣਾ ਹੈ, ਜਿਹਦੇ ਵਾਸਤੇ 7 ਅਗਸਤ ਤਰੀਕ ਹੈ। ਉਸ ਫਾਈਨਲ ਰਿਪੋਰਟ 'ਤੇ ਮਾਨਯੋਗ ਅਦਾਲਤ 3 ਤਰ੍ਹਾਂ ਨਾਲ ਫੈਸਲਾ ਕਰ ਸਕਦੀ ਹੈ। ਜਾਂ ਤਾਂ ਉਸ ਫਾਈਨਲ ਰਿਪੋਰਟ ਨੂੰ ਐਜ਼ ਇਟ ਇਜ਼ ਐਕਸੈਪਟ ਕਰਕੇ ਅਪਰੂਵ ਕਰ ਦੇ। ਸੈਕੰਡ ਆਪਸ਼ਨ ਇਹ ਹੈ ਵੀ ਜੋ
ਫਾਈਨਲ ਰਿਪੋਰਟ ਆਈ ਹੈ, ਜੇ ਅਦਾਲਤ ਉਹਦੇ ਨਾਲ ਸੈਟੀਸਫਾਈਡ ਨਹੀਂ ਹੈ ਤਾਂ ਉਹਦੇ 'ਚ ਫਰਦਰ ਇਨਵੈਸਟੀਗੇਸ਼ਨ ਦਾ ਆਰਡਰ ਕਰਕੇ CBI ਨੂੰ ਕਹਿ ਸਕਦੀ ਹੈ ਵੀ ਤੁਸੀਂ ਇਹ 'ਚ ਹੋਰ ਤਫਤੀਸ਼ ਕਰੋ ਤਾਂ ਕਿ ਇਸ ਜੋ ਜੁਰਮ ਹੋਇਆ ਹੈ ਉਹ ਲੱਭਿਆ ਜਾ ਸਕੇ ਵੀ ਕਿਹਨੇ ਜੁਰਮ ਕੀਤਾ ਹੈ। ਥਰਡ ਆਪਸ਼ਨ ਕੋਰਟ ਦੇ ਵਾਸਤੇ ਇਹ ਹੈ ਵੀ ਉਹ ਜੇ ਮਾਨਯੋਗ ਅਦਾਲਤ ਨੂੰ ਇਹ ਗੱਲ ਲੱਗਦੀ ਹੈ ਵੀ ਇਹ ਜੋ ਫਾਈਨਲ ਰਿਪੋਰਟ ਬਣਾ ਕੇ ਲਿਆਏ ਹੈ ਇਹ ਤੱਥਾਂ ਦੇ ਆਧਾਰ 'ਤੇ ਨਹੀਂ ਹੈਗੀ ਜਾਂ ਇਹਦੇ ਵਿੱਚ ਮਿਸਲ 'ਤੇ ਕੁਛ ਐਸੇ ਸਬੂਤ ਹੈ, ਐਸੇ ਹਾਲਾਤ ਹੈ ਜਿਹਦੇ ਤੋਂ ਇਹ ਸਾਬਤ ਹੁੰਦਾ ਹੈ ਵੀ ਇਹ ਜੁਰਮ ਕਿਹਨੇ ਕੀਤਾ ਹੈ, ਤਾਂ ਉਸ ਸਥਿਤੀ ਦੇ ਵਿੱਚ ਮਾਨਯੋਗ ਅਦਾਲਤ ਉਸ ਫਾਈਨਲ ਰਿਪੋਰਟ ਦੇ ਬੇਸ 'ਤੇ ਹੀ ਕੇਸ ਸ਼ੁਰੂ ਕਰ ਦਿੰਦੀ ਹੈ। ਇਹ ਤਿੰਨ ਸਥਿਤੀਆਂ ਹੈ, ਇਹਦੇ 'ਤੇ ਹਲੇ ਮਾਨਯੋਗ ਅਦਾਲਤ ਨੇ ਫੈਸਲਾ ਲੈਣਾ ਹੈ। ਲੇਕਿਨ ਬੜੀ ਹੈਰਾਨੀ ਦੀ ਗੱਲ ਹੈ, ਪੰਜਾਬ ਪੁਲਿਸ ਨੇ 3 ਜੁਲਾਈ ਨੂੰ ਇਹ 7 ਬੰਦੇ ਫੜ ਲਏ, ਉਹਨਾਂ ਨੂੰ ਲਿਆ ਕੇ ਅਦਾਲਤ 'ਚ ਪੇਸ਼ ਕਰਤਾ। 6 ਤਰੀਕ ਤੱਕ ਉਹਨਾਂ ਦਾ ਪੁਲਿਸ ਰਿਮਾਂਡ ਸੀ। 6 ਤਰੀਕ ਨੂੰ ਉਹਨਾਂ ਦੇ ਬਰਖਲਾਫ ਚਲਾਨ ਵੀ ਪੇਸ਼ ਕਰਤਾ। ਤੁਸੀਂ ਇਹ ਦੇਖੋ ਵੀ 3-4 ਦਿਨਾਂ ਦੇ ਵਿੱਚ ਪੁਲਿਸ ਨੇ ਕੀ ਤਫਤੀਸ਼ ਕਰ ਲਈ, ਕੀ ਇਹਨਾਂ ਦੀ ਜਿਹੜੀ ਕਸੂਰ ਹੈ ਉਹ ਸਾਬਤ ਹੋ ਗਿਆ। ਇਹ ਸਾਰਾ ਕੁਝ ਪੰਜਾਬ ਪੁਲਿਸ ਨੇ ਆਪਦੇ ਗਲੋਂ ਲਾਉਣ ਵਾਲੀ ਗੱਲ ਕੀਤੀ ਹੈ। ਇਹਦੇ 'ਚ ਕੋਈ ਇਨਸਾਫ ਵਾਲੀ ਜਾਂ ਜਾਇਜ਼ ਤਫਤੀਸ਼ ਵਾਲੀ ਕੋਈ ਗੱਲ ਨਹੀਂ ਕੀਤੀ ਔਰ ਵੱਡੀ ਉਮੀਦ ਹੈ ਵੀ ਮਾਨਯੋਗ ਅਦਾਲਤ ਸਾਡੀ ਦਰਖਾਸਤ ਜੋ ਅਸੀਂ ਕੱਲ੍ਹ ਫਾਈਲ ਕੀਤੀ ਹੈ ਉਹਨੂੰ ਮਨਜ਼ੂਰ ਕਰੂਗੀ ਔਰ ਇਹਨਾਂ ਦੋਸ਼ੀਆਂ ਨੂੰ ਰਿਹਾ ਕੀਤਾ ਜਾਊਗਾ ਔਰ ਇਹਨਾਂ ਦੇ ਬਰਖਲਾਫ ਜੋ ਗੈਰ ਕਾਨੂੰਨੀ ਢੰਗ ਨਾਲ ਚਲਾਨ ਦਿੱਤਾ ਹੈ ਉਹ ਚਲਾਨ ਡਿਸਕਾਰਡ ਹੋਊਗਾ। ਸਰ ਤੁਸੀਂ ਜਿਹੜੀ ਸੈੱਟ ਦੀ ਕਾਰਗੁਜ਼ਾਰੀ ਨੂੰ ਕੀ ਕਹੋਗੇ, ਕੀ ਸਵਾਲ ਪੁੱਛੋਗੇ? ਕਿਉਂਕਿ ਜੇ ਇਹਨਾਂ ਕੋਲੇ CBI ਵੱਲੋਂ ਕੋਈ ਪੱਤਰ ਪ੍ਰਾਪਤ ਹੁੰਦਾ ਇਹਨਾਂ ਨੂੰ ਇਹ ਜ਼ਰੂਰ ਪਤਾ ਲੱਗਣਾ ਸੀਗਾ ਵੀ ਜੋ ਜਿਹੜੇ 2 ਵਿਅਕਤੀ ਹੈ ਪਹਿਲਾਂ ਤੋਂ ਐਕਚੁਅਲੀ ਜਿਹੜਾ ਬੇਲ 'ਤੇ ਚੱਲ ਰਹੇ ਆ, ਪਰ ਇਹਨਾਂ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ। ਦੇਖੋ ਸਿੱਟ ਦੀ ਵਰਕਿੰਗ ਤਾਂ ਇਸ ਗੱਲ ਕਰਕੇ ਹੀ ਬਿਲਕੁਲ ਕਲੀਅਰ ਹੁੰਦੀ ਹੈ ਵੀ ਬੜੇ ਗੈਰ ਜ਼ਿੰਮੇਵਾਰਾਂ ਢੰਗ ਨਾਲ ਇਹ ਸਿੱਟ ਕੰਮ ਕਰ ਰਹੀ ਹੈ। ਜਦੋਂ ਇਹਨਾਂ ਨੇ 7 ਮੁਲਜ਼ਮ ਕੋਰਟ ਦੇ ਵਿੱਚ ਪੇਸ਼ ਕੀਤੇ, ਅਸੀਂ ਮਾਨਯੋਗ ਅਦਾਲਤ ਵਿੱਚ ਇਤਰਾਜ਼ ਕੀਤਾ ਵੀ ਇਹ 2 ਮੁਲਜ਼ਮਾਂ ਨੂੰ ਤਾਂ ਪਹਿਲਾਂ ਹੀ ਜ਼ਮਾਨਤ 'ਤੇ ਰਿਹਾ ਕੀਤਾ ਹੋਇਆ, ਤਾਂ ਉੱਥੇ ਜਿਹੜਾ ਸਿੱਟ ਦਾ ਆਫੀਸਰ ਪੇਸ਼ ਹੋਇਆ ਉਹਨੇ ਮਾਨਯੋਗ ਅਦਾਲਤ ਨੂੰ ਕਿਹਾ ਜੀ ਸਾਨੂੰ ਤਾਂ ਇਸ ਗੱਲ ਦਾ ਪਤਾ ਹੀ ਨਹੀਂ ਗਾ। ਔਰ ਇਹ ਵੀ ਬੜੀ ਗੈਰ ਵਾਜਬ ਗੱਲ ਸੀ, ਜਿਹੜਾ ਸਿੱਟ ਦਾ ਇੱਕ ਅਹੁਦੇਦਾਰ, ਚਾਹੇ ਉਹ SP ਰੈਂਕ ਦਾ ਬੰਦਾ ਸੀ ਚਾਹੇ DSP ਰੈਂਕ ਦਾ ਬੰਦਾ ਸੀ, ਜੇ ਉਹ ਮਾਨਯੋਗ ਅਦਾਲਤ ਵਿੱਚ ਇਹ ਗੱਲ ਕਹਿੰਦਾ ਸਾਨੂੰ ਤਾਂ ਜੀ ਇਹ ਪਤਾ ਹੀ ਨਹੀਂ ਵੀ 2 ਮੁਲਜ਼ਮਾਂ ਦੀ ਜ਼ਮਾਨਤ ਹੋਈ ਹੈ, ਇਹ ਬਹੁਤ ਮੰਦਭਾਗੀ ਗੱਲ ਹੈ। ਇੱਥੋਂ ਸ਼ੋਅ ਹੁੰਦਾ ਹੈ ਵੀ ਉਹ ਸਿੱਟ ਦੇ ਜਿਹੜੇ ਅਫਸਰ ਹੈ ਉਹ ਜੋ ਹਾਲਾਤ ਹੈ ਇਸ ਕੇਸ ਦੇ ਰਹੇ ਹੈ ਜਾਂ ਇਸ ਕੇਸ ਵਿੱਚ ਪਹਿਲਾਂ ਹੋ ਚੁੱਕਿਆ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਹੈ, ਨਾ ਹੀ ਉਹਨਾਂ ਨੇ ਇਸ ਦੀ ਜਾਣਕਾਰੀ ਲੈਣ ਦੀ ਕੋਈ ਖੇਚਲ ਕੀਤੀ ਹੈ। ਇਸ ਤੋਂ ਇਲਾਵਾ ਹੋਰ ਹੈ, ਜਦੋਂ ਦੀ CBI ਨੇ ਫਾਈਨਲ ਰਿਪੋਰਟ CBI ਕੋਰਟ ਦੇ ਵਿੱਚ ਦਿੱਤੀ ਹੈ ਔਰ 3 ਦੋਸ਼ੀਆਂ ਨੂੰ ਬੇਗੁਨਾਹ ਦਿੱਤਾ ਹੈ, ਬਾਕੀ ਮਸਲਾ ਜਿਹੜਾ ਅਨਟ੍ਰੇਸਡ ਰਿਪੋਰਟ ਉਹਨਾਂ ਨੇ ਫਾਈਲ ਕੀਤੀ ਹੈ, ਉਸ ਤੋਂ ਬਾਅਦ ਪੰਜਾਬ ਪੁਲਿਸ ਨੇ CBI ਕੋਰਟ ਦੇ ਵਿੱਚ 2 ਦਰਖਾਸਤਾਂ ਦਿੱਤੀਆਂ। ਪਹਿਲੀ ਦਰਖਾਸਤ ਵਿੱਚ ਇਹ ਕਹਿੰਦੇ ਸੀਗੇ ਵੀ ਸਾਡਾ ਜੀ ਇਸ ਕੇਸ ਦੀ ਜਿਹੜੀ ਤਫਤੀਸ਼ ਦੀ ਫਾਈਲ ਹੈ ਉਹ ਸਾਨੂੰ ਮੋੜੀ ਜਾਵੇ। ਉਹ ਮਾਨਯੋਗ CBI ਅਦਾਲਤ ਨੇ ਇਹਨਾਂ ਦੀ ਦਰਖਾਸਤ ਖਾਰਜ ਕਰ ਦਿੱਤੀ। ਉਸ ਤੋਂ ਬਾਅਦ ਫਿਰ ਇਹਨਾਂ ਨੇ ਉਸ ਫਾਈਲ ਦੀਆਂ ਸਰਟੀਫਾਈਡ ਕਾਪੀਆਂ ਦਿੱਤੇ ਜਾਣ ਦੀ ਐਪਲੀਕੇਸ਼ਨ ਪਾਈ, ਮਾਨਯੋਗ ਕੋਰਟ ਨੇ ਉਹ ਵੀ ਖਾਰਜ ਕਰ ਦਿੱਤੀ। ਤਾਂ ਪੰਜਾਬ ਪੁਲਿਸ ਨੂੰ ਇਸ ਗੱਲ ਦਾ ਪਤਾ ਸੀਗਾ ਵੀ ਉੱਥੇ ਅਨਟ੍ਰੇਸਡ ਰਿਪੋਰਟ CBI ਨੇ ਫਾਈਲ ਕੀਤੀ ਹੈ, 3 ਦੋਸ਼ੀ ਜਿਹੜੇ ਫੜੇ ਆ ਉਹ ਬੇਗੁਨਾਹ ਕਰਾਰ ਦਿੱਤੇ ਗਏ। ਇਸ ਤਰ੍ਹਾਂ ਦਾ ਆ ਕੇ ਹੁਣ ਇਹਨਾਂ ਦਾ ਕਿਸੇ ਅਫਸਰ ਵੱਲੋਂ ਕਹਿਣਾ ਸਾਨੂੰ ਤਾਂ ਜੀ ਇਸ ਗੱਲ ਦਾ ਪਤਾ ਹੀ ਨਹੀਂਗਾ ਵੀ ਇਹ 2 ਦੋਸ਼ੀ ਜਿਹੜੇ ਆ ਉਹਨੂੰ ਜ਼ਮਾਨਤ ਨਹੀਂ ਮਿਲੀ, ਸਾਨੂੰ ਤਾਂ ਇਸ ਗੱਲ ਦਾ ਪਤਾ ਹੀ ਨਹੀਂ। ਇਹ ਬੜੀ ਹੈਰਾਨੀ ਵਾਲੀ ਗੱਲ ਹੈ। ਸਾਰਾ ਕੁਝ ਜਾਣਨ ਦੇ ਬਾਵਜੂਦ ਵੀ ਇਹ ਬਹੁਤ ਗੈਰ ਜ਼ਿੰਮੇਵਾਰਾ ਇਹਨਾਂ ਦਾ ਤੌਰ ਤਰੀਕਾ ਹੈ। ਇਹ ਸਿੱਟ ਦੀ ਇੰਨੀ ਕਾਬਲੀਅਤ ਹੈ ਜਿਹਨੂੰ ਆਪਦੇ ਇਸ ਕੇਸ ਦੇ ਤੱਥਾਂ ਦੇ ਬਾਰੇ ਨਹੀਂ ਪਤਾ, ਉਹ ਕੀ ਤਫਤੀਸ਼ ਕਰੂਗੀ। ਤਾਂ ਇਹ ਸਨ ਬਚਾਅ ਪੱਖ ਦੇ ਵਕੀਲ ਵਿਨੋਦ ਕੁਮਾਰ ਮੋਂਗਾ ਜੀ। ਇਹਨਾਂ ਨੇ ਦੱਸਿਆ ਹੈ ਕਿ ਉਹਨਾਂ ਵੱਲੋਂ ਜੋ ਮਾਨਯੋਗ ਅਦਾਲਤ ਦੇ ਵਿੱਚ ਐਪਲੀਕੇਸ਼ਨ ਦਾਇਰ ਕੀਤੀ ਗਈ ਹੈ ਔਰ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਲੱਗੇਗਾ ਕਿ ਮਾਨਯੋਗ ਅਦਾਲਤ ਇਸ ਬਾਰੇ ਕੀ ਫੈਸਲਾ ਕਰਦੀ ਹੈ, ਕਦੋਂ ਤੱਕ ਜਿਹੜੇ ਆਰੋਪੀ ਹੈ ਉਹ ਸਲਾਖਾਂ ਦੇ ਪਿੱਛੇ ਆਉਣਗੇ। ਇਹ ਸਾਰੀ ਵੇਖਣ ਵਾਲੀ ਗੱਲ ਹੋਵੇਗੀ। ਕੈਮਰਾਮੈਨ ਮਨਪ੍ਰੀਤ ਦੇ ਨਾਲ ਗੁਰਜੀਤ ਰਮਾਣਾ, ਗਲੋਬਲ ਪੰਜਾਬ TV। SIT ਵੱਲੋਂ ਪਿਛਲੇ ਦਿਨੀ 7 ਡੇਰਾ ਪ੍ਰੇਮੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ, ਜਿਨ੍ਹਾਂ ਵਿੱਚੋਂ 2 ਦੀ ਪਹਿਲਾਂ ਤੋਂ ਜ਼ਮਾਨਤ ਚੱਲਦੇ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ ਸੀ ਔਰ 5 ਜਿਹੜੇ ਡੇਰਾ ਪ੍ਰੇਮੀ ਆ ਅੱਜ ਵੀ ਜੁਡੀਸ਼ੀਅਲ ਹਿਰਾਸਤ ਦੇ ਵਿੱਚ ਹਨ।
ਇੱਕ ਕਾਮਨ ਮੈਨ ਵੀ ਇਸ ਗੱਲ ਨੂੰ ਅੰਦਾਜ਼ਾ ਲਾ ਸਕਦਾ ਹੈ ਵੀ ਜੋ ਪੰਜਾਬ ਪੁਲਿਸ ਨੇ ਕੀਤਾ ਇਹ ਸਰਾਸਰ ਗੈਰ ਕਾਨੂੰਨੀ। ਜੇ ਅਦਾਲਤ ਉਹਦੇ ਨਾਲ ਸੈਟੀਸਫਾਈਡ ਨਹੀਂ ਹੈ ਤਾਂ ਉਹਦੇ 'ਚ ਫਰਦਰ ਇਨਵੈਸਟੀਗੇਸ਼ਨ ਦਾ ਆਰਡਰ ਕਰਕੇ CBI ਨੂੰ ਕਹਿ ਸਕਦੀ ਹੈ ਵੀ ਤੁਸੀਂ ਇਹ 'ਚ ਹੋਰ ਤਫਤੀਸ਼ ਕਰੋ। ਇਹ ਸਾਰਾ ਕੁਝ ਪੰਜਾਬ ਪੁਲਿਸ ਨੇ ਆਪਦੇ ਗਲੋਂ ਲਾਉਣ ਵਾਲੀ ਗੱਲ ਕੀਤੀ ਹੈ। ਇਹਦੇ 'ਚ ਕੋਈ ਇਨਸਾਫ ਵਾਲੀ ਜਾਂ ਜਾਇਜ਼ ਤਫਤੀਸ਼ ਵਾਲੀ ਕੋਈ ਗੱਲ ਨਹੀਂ ਕੀਤੀ। ਤੁਸੀਂ ਇਹ ਦੇਖੋ ਵੀ 3-4 ਦਿਨਾਂ ਦੇ ਵਿੱਚ ਪੁਲਿਸ ਨੇ ਕੀ ਤਫਤੀਸ਼ ਕਰ ਲਈ, ਕੀ ਇਹਨਾਂ ਦੀ ਜਿਹੜੀ ਕਸੂਰ ਹੈ ਉਹ ਸਾਬਤ ਹੋ ਗਿਆ। ਔਰ ਇਹ ਵੀ ਬੜੀ ਗੈਰ ਵਾਜਬ ਗੱਲ ਸੀ ਜਿਹੜਾ ਸਿੱਟ ਦਾ ਇੱਕ ਅਹੁਦੇਦਾਰ, ਚਾਹੇ ਉਹ SP ਰੈਂਕ ਦਾ ਬੰਦਾ ਸੀ ਚਾਹੇ DSP ਰੈਂਕ ਦਾ ਬੰਦਾ ਸੀ, ਜੇ ਉਹ ਮਾਨਯੋਗ ਅਦਾਲਤ ਵਿੱਚ ਇਹ ਗੱਲ ਕਹਿੰਦਾ ਸਾਨੂੰ ਤਾਂ ਜੀ ਇਹ ਪਤਾ ਹੀ ਨਹੀਂ ਵੀ 2 ਮੁਲਜ਼ਮਾਂ ਦੀ ਜ਼ਮਾਨਤ ਹੋਈ ਹੈ, ਇਹ ਬਹੁਤ ਮੰਦਭਾਗੀ ਗੱਲ ਹੈ। ਪੰਜਾਬ ਪੁਲਿਸ ਨੂੰ ਇਸ ਗੱਲ ਦਾ ਪਤਾ ਸੀਗਾ ਵੀ ਉੱਥੇ ਅਨਟ੍ਰੇਸਡ ਰਿਪੋਰਟ CBI ਨੇ ਫਾਈਲ ਕੀਤੀ ਹੈ। 3 ਦੋਸ਼ੀ ਜਿਹੜੇ ਫੜੇ ਆ ਉਹ ਬੇਗੁਨਾਹ ਕਰਾਰ ਦਿੱਤੇ ਗਏ। ਇਸ ਤਰ੍ਹਾਂ ਦਾ ਆ ਕੇ ਹੁਣ ਇਹਨਾਂ ਦਾ ਕਿਸੇ ਅਫਸਰ ਵੱਲੋਂ ਕਹਿਣਾ ਸਾਨੂੰ ਤਾਂ ਜੀ ਇਸ ਗੱਲ ਦਾ ਪਤਾ ਹੀ ਨਹੀਂਗਾ ਵੀ ਇਹ 2 ਦੋਸ਼ੀ ਜਿਹੜੇ ਆ ਉਹਨੂੰ ਜ਼ਮਾਨਤ ਨਹੀਂ ਮਿਲੀ, ਸਾਨੂੰ ਤਾਂ ਇਸ ਗੱਲ ਦਾ ਪਤਾ ਹੀ ਨਹੀਂ। ਇਹ ਬੜੀ ਹੈਰਾਨੀ ਵਾਲੀ ਗੱਲ ਹੈ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।